ਹੁਣ ਤੁਸੀਂ ਸਾਫ਼ ਕਹੀ ਜਾਂਦੇ ਹੋ ਕਿ ਅਸੀਂ ਤਾਂ ਵਾਅਦਾ ਨਹੀਂ ਸੀ ਕੀਤਾ, ਤਾਂ ਫਿਰ ਕੀਤਾ ਕੀ ਸੀ ਇਹ ਸਾਨੂੰ ਦੱਸ ਦਿਓ ਹੁਣ ਵੀ ਉਦੋਂ ਕੀ ਕੀਤਾ ਸੀ ਤੁਸੀਂ। ਕਹਿੰਦੇ ਜੀ ਅਸੀਂ ਕਮੇਟੀ ਬਣਾਉਣ ਦੀ ਗੱਲ ਕੀਤੀ ਸੀ। ਕਮੇਟੀ ਤੁਸੀਂ ਕਿਹਨੂੰ ਪੁੱਛ ਕੇ ਬਣਾਈ ਹੈ? ਕਮੇਟੀ ਦੇ ਵਿੱਚ ਪੰਜਾਬ ਦੀ ਨੁਮਾਇੰਦਗੀ ਕਿੱਥੇ ਹੈ? ਕਮੇਟੀ ਹੈ ਕਾਹਦੇ ਵਾਸਤੇ ਬਣਾਈ ਹੈ ਤੁਸੀਂ? ਇਹ ਲੱਗਦਾ ਇਹਨਾਂ ਨੂੰ ਕਹਿੰਦੇ ਪੰਜਾਬ ਦੇ ਕਿਸਾਨਾਂ ਨੂੰ ਨੌਲੇਜ ਹੀ ਨਹੀਂ ਹੈ। ਨਹੀਂ ਲੱਗਦਾ ਨਹੀਂ, ਉਹਨਾਂ ਨੂੰ ਯਕੀਨ ਹੈ ਇਸ ਗੱਲ ਦਾ ਕਿ ਸਾਨੂੰ ਕੱਖ ਨਹੀਂ ਪਤਾ, ਅਸੀਂ ਮੂਰਖ ਹਾਂ। ਇਹ ਸਾਨੂੰ ਮੂਰਖ ਸਾਬਤ ਕੀਤਾ ਗਿਆ ਹੈ ਇਸ ਐਲਾਨ ਰਾਹੀਂ। ਰਾਸ਼ਟਰਪਤੀ ਦੀਆਂ ਚੋਣਾਂ ਤੋਂ ਇੱਕ ਦਿਨ ਬਾਅਦ ਹੀ ਅਕਾਲੀ ਦਲ ਦੇ ਦੋ ਵੱਡੇ ਆਗੂ ਹਰਸਿਮਰਤ ਕੌਰ ਬਾਦਲ ਤੇ ਸੁਖਬੀਰ ਸਿੰਘ ਬਾਦਲ ਪਾਰਲੀਮੈਂਟ ਦੇ ਬਾਹਰ ਧਰਨੇ ਤੇ ਬੈਠੇ ਨੇ ਕਿ ਬੰਦੀ ਕੈਦੀਆਂ ਨੂੰ ਰਿਹਾ ਕਰੋ। ਹਾਈ ਮੰਗ ਰਹੇ ਆ ਕਿ ਬੰਦੀ ਸਿੰਘਾਂ ਦੀ ਰਿਹਾਈ ਮੰਗ ਰਹੇ ਆ, ਅਸੀਂ ਮੰਗ ਰਹੇ ਆ। ਇਸ ਤਰ੍ਹਾਂ ਤੁਸੀਂ ਡੱਡੂ ਛੜਪੇ ਨਹੀਂ ਮਾਰ ਸਕਦੇ ਕਿ ਅੱਜ ਇੱਧਰ ਤੇ ਕੱਲ ਉੱਧਰ, ਅੱਜ ਇੱਧਰ ਕੱਲ ਉੱਧਰ। ਰੈਡ ਐਫਐਮ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਅੰਮ੍ਰਿਤ ਵਰਦੀ ਤੇ ਪ੍ਰੋਗਰਾਮ ਪੱਖਵੀਂ ਗੱਲਬਾਤ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਨਿਊਜ਼ ਡਾਇਰੈਕਟਰ ਰਿਸ਼ੀ ਨਾਗਰ ਜੀ ਵੀ ਮੌਜੂਦ ਨੇ। ਰਿਸ਼ੀ ਜੀ ਬਹੁਤ-ਬਹੁਤ ਸਵਾਗਤ ਹੈ। ਬਹੁਤ ਮਿਹਰਬਾਨੀ। ਤੇ ਰਿਸ਼ੀ ਜੀ, ਕੇਂਦਰ ਦਾ ਕਦੀ ਪੰਜਾਬ ਦੇ ਨਾਲ ਵਿਤਕਰਾ ਬੰਦ ਹੋਊਗਾ ਕਿ ਨਹੀਂ? ਨਹੀਂ ਜੀ, 1947 ਤੋਂ ਨਹੀਂ ਹੋਇਆ ਤਾਂ ਹੁਣ ਕੀ ਹੋ ਜਾਏਗਾ। ਸੋ ਇਸ ਵੇਲੇ ਵੀ ਜਿਹੜਾ ਐਮਐਸਪੀ ਦੇ ਮੁੱਦੇ ਦੇ ਉੱਤੇ ਰਾਜਨੀਤੀ ਭਖ ਗਈ ਹੈ, ਉਹ ਹੁਣੇ ਜਦੋਂ ਸਾਡੇ ਪਿਛਲੇ ਸਾਲ ਗੁਰੂ ਨਾਨਕ ਦੇਵ ਜੀ ਦੇ ਆਗਮਨ ਦਿਹਾੜੇ ਤੇ ਪ੍ਰਾਈਮ ਮਿਨਿਸਟਰ ਨੇ ਵਾਅਦਾ ਕੀਤਾ ਕਿ ਅਸੀਂ ਇਹ ਕਾਨੂੰਨ ਵਾਪਸ ਲੈ ਰਹੇ ਹਾਂ ਜਿਨ੍ਹਾਂ ਦੇ ਉੱਤੇ ਅੰਦੋਲਨ ਚੱਲ ਰਿਹਾ ਸੀ, ਐਮਐਸਪੀ ਦੀ ਉਹਨਾਂ ਨੇ ਕਮੇਟੀ ਬਣਾਉਣ ਦਾ ਐਲਾਨ ਕੀਤਾ। ਉਸ ਤੋਂ ਬਾਅਦ ਹੁਣ ਸਾਨੂੰ ਪਤਾ ਲੱਗਾ ਜੀ ਕਿ ਕਮੇਟੀ ਤਾਂ ਬਣ ਗਈ ਹੈ, ਪਰ ਐਮਐਸਪੀ ਦੀ ਗਰੰਟੀ ਤੋਂ ਤੋਮਰ ਸਾਹਿਬ ਕਹਿ ਗਏ ਨੇ ਜੀ ਅਸੀਂ ਇਹਦੀ ਗਰੰਟੀ ਦਿੱਤੀ ਕੋਈ ਨਹੀਂ ਸੀ। ਸੋ ਲੱਗਦਾ ਕਿ ਇੱਕ ਵਾਰ ਫੇਰ ਸਾਡਾ ਹੱਥ ਹੌਲਾ ਹੋ ਗਿਆ ਹੈ, ਕਿਸਾਨਾਂ ਨੂੰ ਇੱਕ ਵਾਰ ਫੇਰ ਧੱਕਾ ਦੇ ਦਿੱਤਾ ਗਿਆ ਹੈ ਤੇ ਇਹ ਲਗਾਤਾਰ ਸਿਲਸਿਲਾ, ਜਿਵੇਂ ਤੁਸੀਂ ਪੁੱਛਿਆ ਕਿ ਧੱਕਾ ਬੰਦ ਹੋਏਗਾ, ਵਿਤਕਰਾ ਬੰਦ ਹੋਏਗਾ, ਮੈਨੂੰ ਨਹੀਂ ਲੱਗਦਾ ਬੰਦ ਹੋਏਗਾ। ਤੇ ਉਹ ਸਿਰਫ ਇਹੀ ਨਹੀਂ ਕੀਤਾ ਗਿਆ ਬਲਕਿ ਉਸ ਕਮੇਟੀ ਦੇ ਵਿੱਚੋਂ ਪੰਜਾਬ ਨੂੰ ਵੀ ਆਊਟ ਕਰ ਦਿੱਤਾ ਹੈ। ਕਿਸਾਨਾਂ ਦੇ ਜ਼ਖਮ ਹਰੇ ਹੋਏ ਨੇ। ਪੰਜਾਬ ਤਾਂ ਆਊਟ ਹੀ ਹੈ। ਜਦੋਂ ਤੁਸੀਂ PAU ਸਾਡੀ ਇੱਕ ਬਹੁਤ ਵੱਡੀ ਯੂਨੀਵਰਸਿਟੀ ਹੈ, ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੀ, ਤੁਸੀਂ ਉਹਦੇ ਵਿੱਚੋਂ ਕਿਸੇ ਨੁਮਾਇੰਦੇ ਨੂੰ ਲਿਆ ਹੀ ਨਹੀਂ। ਕਿਸਾਨ ਜਥੇਬੰਦੀਆਂ ਨੇ ਮਨਾ ਕਰਤਾ ਕਿ ਅਸੀਂ 3 ਜਣੇ ਜਿਹੜੇ ਤੁਸੀਂ ਸਾਡੇ ਤੋਂ ਮੰਗਦੇ ਉਹ ਦੇਣੇ ਨਹੀਂ। ਜਿਨ੍ਹਾਂ ਵਿਅਕਤੀਆਂ ਨੂੰ ਲਿਆ ਜਾ ਰਿਹਾ, ਇੱਕ ਡਾਕਟਰ ਸੁਖਪਾਲ ਸਿੰਘ ਦਾ ਨਾਮ ਆ ਰਿਹਾ ਵਿੱਚ, ਮੇਰੀ ਉਹਨਾਂ ਨਾਲ ਗੱਲਬਾਤ ਹੋਈ, ਉਹ ਕਹਿੰਦੇ ਮੈਨੂੰ ਰਸਮੀ ਰੂਪ ਵਿੱਚ ਫਾਰਮਲੀ ਅਜੇ ਤੱਕ ਸੂਚਿਤ ਹੀ ਨਹੀਂ ਕੀਤਾ ਗਿਆ ਕਿ ਮੈਂ ਇਸ ਕਮੇਟੀ ਦਾ ਮੈਂਬਰ ਹੈਗਾ ਕਿ ਨਹੀਂ ਹੈਗਾ। ਫਿਰ ਕਿਹਨੂੰ ਲਿਆ ਇਹਨਾਂ ਨੇ? ਹੁਣ ਜਿਨ੍ਹਾਂ ਨੂੰ ਲਿਆ ਗਿਆ ਉਹਨਾਂ ਬਾਰੇ ਸੱਚ ਸਾਹਮਣੇ ਆ ਰਿਹਾ ਹੈ ਹੌਲੀ ਹੌਲੀ ਕਿ, ਔਰ ਕਿਸਾਨ ਜਥੇਬੰਦੀਆਂ ਨੇ ਦੱਸ ਦਿੱਤਾ ਕਿ ਇਹ ਉਹੀ ਲੋਕ ਨੇ ਜਿਹੜੇ ਪਹਿਲਾਂ 3 ਕਾਨੂੰਨ ਲਾਗੂ ਹੋਣ ਦਾ ਸਮਰਥਨ ਕਰਦੇ ਸਨ, ਉਸ ਦੀ ਹਮਾਇਤ ਕਰ ਰਹੇ ਸਨ, ਹੁਣ ਉਹੀ ਕਮੇਟੀ ਵਿੱਚ ਪਾ ਦਿੱਤੇ ਗਏ ਨੇ। ਸੋ ਕਮੇਟੀ ਕੀ ਨਿਆਂ ਕਰੂਗੀ ਸਾਡੇ ਨਾਲ? ਔਰ ਬਿਲਕੁਲ ਜਿਵੇਂ ਨਰਿੰਦਰ ਤੋਮਰ ਨੇ ਇਹ ਬਿਆਨ ਜਿਹੜਾ ਦਿੱਤਾ ਹੈ, ਉਹਨਾਂ ਨੇ ਸਾਫ਼ ਤੌਰ ਤੇ ਕਹਿ ਦਿੱਤਾ ਕਿ ਅਸੀਂ ਤਾਂ MSP ਦੀ ਕਾਨੂੰਨੀ ਗਰੰਟੀ ਦਿੱਤੀ ਹੀ ਨਹੀਂ ਸੀ। ਯਾਨੀ ਕਿ ਰਿਸ਼ੀ ਜੀ, ਸਾਫ਼ ਤੌਰ ਤੇ ਉਸ ਵੇਲੇ ਜੋ ਪ੍ਰਾਈਮ ਮਿਨਿਸਟਰ ਨੇ ਬਿਆਨ ਦਿੱਤਾ, ਯਾਨੀ ਕਿ ਉਸ ਵੇਲੇ ਸਿਰਫ ਇਸ ਲਈ ਦਿੱਤਾ ਗਿਆ ਕਿ ਚਲੋ ਮੌਕੇ ਤੇ ਹੁਣੇ ਅੰਦੋਲਨ ਖਤਮ ਕਰਾਇਆ ਜਾਵੇ। ਜੀ ਬਿਲਕੁਲ, ਮੈਂ ਤੁਹਾਨੂੰ ਦੱਸਦਾ ਥੋੜੀ ਜੀ ਗੱਲ ਕਿ ਕੇਂਦਰੀ ਕਮੇਟੀ ਜਿਹੜੀ ਬਣਾਈ ਗਈ GST ਦੇ ਉੱਤੇ, ਉਹਦੇ ਵਿੱਚ ਖੇਤੀ ਯੂਨੀਵਰਸਿਟੀਆਂ ਦੇ 3 ਸੀਨੀਅਰ ਮੈਂਬਰ ਸ਼ਾਮਲ ਕੀਤੇ ਜਾਣ ਦੀ ਗੱਲ ਕੀਤੀ ਗਈ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਚੋਂ ਕੋਈ ਵੀ ਨਹੀਂ ਲਿਆ ਗਿਆ। ਸੋ ਹੋਰ ਕਿਹੜੀਆਂ ਯੂਨੀਵਰਸਿਟੀ, ਜੋ ਪੰਜਾਬ ਮੋਹਰੀ ਰਿਹਾ ਉਸ ਅੰਦੋਲਨ ਦੇ ਵਿੱਚ, ਪੰਜਾਬ ਦੇ ਕਿਸਾਨਾਂ ਨੇ ਅੰਦੋਲਨ ਕੀਤਾ, ਉਹਨਾਂ ਦਾ ਬੰਦਾ ਹੀ ਕੋਈ ਨਹੀਂ। ਕਮੇਟੀ ਵਿੱਚ ਜੰਮੂ ਤੋਂ ਤੇ ਜਬਲਪੁਰ ਦੀ ਖੇਤੀ ਯੂਨੀਵਰਸਿਟੀ ਤੋਂ ਮੈਂਬਰਸ ਨੂੰ ਲਿਆ ਗਿਆ ਹੈ। ਕਮੇਟੀ ਵਿੱਚ 2 ਖੇਤੀ ਮਾਹਿਰ ਸ਼ਾਮਲ ਕੀਤੇ ਗਏ ਨੇ, ਪੰਜਾਬ ਦਾ ਇੱਕ ਵੀ ਨਹੀਂ ਹੈ। ਕਮੇਟੀ ਵਿੱਚ ਪੰਜਾਬ ਸਰਕਾਰ ਦਾ ਕੋਈ ਅਧਿਕਾਰੀ, ਕੋਈ ਚੀਫ ਸੈਕਟਰੀ, ਕੋਈ ਮੁੱਖ ਸੈਕਟਰੀ, ਕੋਈ ਵਧੀਕ ਸੈਕਟਰੀ ਸ਼ਾਮਲ ਨਹੀਂ ਕੀਤਾ ਗਿਆ। ਕਰਨਾਟਕ, ਆਂਧਰ ਪ੍ਰਦੇਸ਼, ਸਿੱਕਮ ਤੇ ਉੜੀਸਾ ਸਰਕਾਰ ਦੇ ਨੁਮਾਇੰਦਿਆਂ ਨੂੰ ਸ਼ਾਮਲ ਕੀਤਾ ਗਿਆ ਇਹਦੇ ਵਿੱਚ। ਖੇਤੀ ਕਾਨੂੰਨਾਂ ਦੇ ਖਿਲਾਫ ਚੱਲੇ ਘੋਲ ਵਿੱਚ ਸਭ ਤੋਂ ਵੱਧ ਕਿਸਾਨ ਮਰੇ ਪੰਜਾਬ ਦੇ, ਸਭ ਤੋਂ ਵੱਧ ਕਿਸਾਨਾਂ ਦੀ ਗਿਣਤੀ ਸੀ ਪੰਜਾਬ ਦੀ। ਕਿਸਾਨੀ ਕਰਜ਼ੇ ਦੀ ਜਕੜ ਵਿੱਚ ਪੰਜਾਬ ਤੇ ਉਹਨਾਂ ਦੇ ਮੈਂਬਰਾਂ ਦਾ ਕੋਈ ਨਾਮ ਹੀ ਨਹੀਂ ਉਹਨਾਂ ਕੋਲ। ਇਹ ਲੱਗਦਾ ਇਹਨਾਂ ਨੂੰ ਕਹਿੰਦੇ ਪੰਜਾਬ ਦੇ ਕਿਸਾਨਾਂ ਨੂੰ ਨੌਲੇਜ ਹੀ ਨਹੀਂ ਹੈ। ਨਹੀਂ ਲੱਗਦਾ ਨਹੀਂ, ਉਹਨਾਂ ਨੂੰ ਯਕੀਨ ਹੈ ਇਸ ਗੱਲ ਦਾ ਕਿ ਸਾਨੂੰ ਕੱਖ ਨਹੀਂ ਪਤਾ, ਅਸੀਂ ਮੂਰਖ ਹਾਂ। ਇਹ ਸਾਨੂੰ ਮੂਰਖ ਸਾਬਤ ਕੀਤਾ ਗਿਆ ਹੈ ਇਸ ਐਲਾਨ ਰਾਹੀਂ। ਬਿਲਕੁਲ, ਕਿਉਂਕਿ ਬੜੇ ਸਾਰੇ ਸਿਰਫ ਕਿਸਾਨ ਆਪਣੀਆਂ ਕੁਰਬਾਨੀਆਂ ਦੇਣ ਦੇ ਵਿੱਚ ਹੀ ਅੱਗੇ ਨਹੀਂ। ਜੇਕਰ ਤੁਸੀਂ ਦੇਖੋ ਪੜ੍ਹਾਈ ਲਿਖਾਈ ਦੇ ਮਾਮਲੇ ਵਿੱਚ ਵੀ ਤਾਂ ਡਾਕਟਰ ਦਰਸ਼ਨਪਾਲ ਸਿੰਘ ਬਰਾੜ ਨੇ, ਬਲਬੀਰ ਸਿੰਘ ਰਾਜੇਵਾਲ ਨੇ, ਹੋਰ ਬੜੇ ਸਾਰੇ ਕਿਸਾਨੀ ਜਥੇਬੰਦੀਆਂ, ਉਹ ਜਿਹੜੀਆਂ 30 ਦੇ ਕਰੀਬ ਕਿਸਾਨ ਜਥੇਬੰਦੀਆਂ ਉਸ ਵੇਲੇ ਗਈਆਂ ਸੀ। ਤਾਂ ਰਿਸ਼ੀ ਜੀ, ਬਹੁਤ ਸੂਬਿਆਂ ਦੇ ਬੇਸ਼ੱਕ ਕਿਸਾਨ ਆਏ ਸੀ, ਪਰ ਡੰਕਾ ਉੱਥੇ ਪੰਜਾਬ ਦੇ ਕਿਸਾਨਾਂ ਦਾ ਬੋਲਦਾ ਸੀ, ਕਿਉਂਕਿ ਉਹਨਾਂ ਦੀ ਬਦੌਲਤ ਹੀ ਇਹ ਅੰਦੋਲਨ ਇੰਨਾ ਲੰਬਾ ਚੱਲਿਆ ਸੀ। ਬੇਸ਼ੱਕ ਬਾਅਦ ਵਿੱਚ ਰਾਕੇਸ਼ ਟਕੈਤ ਦਾ ਨਾਮ ਵੀ ਬਹੁਤ ਵੱਧ ਚੜ ਕੇ ਆਇਆ, ਪਰ ਜੋ ਪੰਜਾਬ ਦੇ ਕਿਸਾਨਾਂ ਦਾ ਸ਼ਮੂਲੀਅਤ ਹੈ, ਜੋ ਵਿਦੇਸ਼ਾਂ ਤੋਂ ਸਾਰੀ ਸਪੋਰਟ ਗਈ ਸੀ, ਉਹ ਸਿਰਫ ਤੇ ਸਿਰਫ ਪੰਜਾਬ ਦੇ ਕਿਸਾਨਾਂ ਕਰਕੇ ਹੀ ਸੀ। ਤੁਸੀਂ ਠੀਕ ਕਿਹਾ ਅੰਮ੍ਰਿਤ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਡਾਕਟਰ ਸੁਖਪਾਲ ਸਿੰਘ ਦਾ ਕਹਿਣਾ ਹੈ
ਕਿ ਜਿਹੜੀ ਨਵੀਂ ਬਣਾਈ ਗਈ ਕੇਂਦਰੀ ਕਮੇਟੀ ਹੈ ਉਹ ਆਪਣੇ ਮੂਲ ਮਕਸਦ ਤੋਂ ਹੀ ਭਟਕ ਗਈ ਹੈ। ਤਾਂ ਜੇ ਸਾਡਾ ਮਕਸਦ ਹੀ ਖਤਮ ਹੋ ਗਿਆ ਹੈ ਤਾਂ ਫਿਰ ਅਸੀਂ ਦੇਣਾ ਕੀ ਹੈ ਕਿਸਾਨਾਂ ਨੂੰ? ਤੋਮਰ ਸਾਹਿਬ ਦੀ ਲੇਟੈਸਟ ਸਟੇਟਮੈਂਟ ਕਿ ਅਸੀਂ ਕੋਈ ਵਾਅਦਾ ਕੀਤਾ ਹੀ ਨਹੀਂ ਸੀ, ਤਾਂ ਫਿਰ ਉਹ ਡਰਾਮਾ ਕੀ ਕੀਤਾ ਗਿਆ ਸੀ? ਗੁਰੂ ਨਾਨਕ ਦੇਵ ਜੀ ਦੇ ਨਾਮ ਹੇਠ ਆ ਕੇ ਤੁਸੀਂ ਇੱਕ ਗੱਲ ਕਹਿੰਦੇ ਰਹੇ ਕਿ ਬਹੁਤ ਵਧੀਆ ਕਾਨੂੰਨ ਸੀ। ਪ੍ਰਾਈਮ ਮਿਨਿਸਟਰ ਨੇ ਕਿਹਾ ਕਿ ਕਾਨੂੰਨ ਬਹੁਤ ਵਧੀਆ ਸਨ, ਸਾਡੀ ਤਪੱਸਿਆ ਵਿੱਚ ਕਮੀ ਰਹਿ ਗਈ, ਅਸੀਂ ਇਹਨਾਂ ਨੂੰ सहमत नहीं करा सके, वो यकीन दहानी नहीं करा सके। साथियों, मैं आज देशवासियों से क्षमा मांगते हुए सच्चे मन से और पवित्र हृदय से कहना चाहता हूं कि शायद हमारी तपस्या में ही कोई कमी रही होगी, जिसके कारण दिए के प्रकाश जैसा सत्य कुछ किसान भाइयों को हम समझा नहीं पाए। एमएसपी को और अधिक प्रभावी और पारदर्शी बनाने के लिए ऐसे सभी विषयों पर भविष्य को ध्यान में रखते हुए निर्णय लेने के लिए एक कमेटी का गठन किया जाएगा। इस कमेटी में केंद्र सरकार, राज्य सरकारों के प्रतिनिधि होंगे, किसान होंगे, कृषि वैज्ञानिक होंगे, कृषि अर्थशास्त्री होंगे। साथियों, हमारी सरकार किसानों के हित में काम करती रही है और आगे भी करती रहेगी। ਤਾਂ ਫਿਰ ਹੁਣ ਜੀ ਯਕੀਨ ਦਹਾਨੀ ਕਰਵਾਉਣ ਲਈ ਕੀਤਾ ਕੀ ਹੈ ਤੁਸੀਂ? ਹੁਣ ਤੁਸੀਂ ਸਾਫ਼ ਕਹੀ ਜਾਂਦੇ ਹੋ ਕਿ ਅਸੀਂ ਤਾਂ ਵਾਅਦਾ ਨਹੀਂ ਸੀ ਕੀਤਾ, ਤਾਂ ਫਿਰ ਕੀਤਾ ਕੀ ਸੀ? ਇਹ ਸਾਨੂੰ ਦੱਸ ਦਿਓ ਹੁਣ ਕਿ ਉਦੋਂ ਕੀ ਕੀਤਾ ਸੀ ਤੁਸੀਂ? ਕਹਿੰਦੇ ਜੀ ਅਸੀਂ ਕਮੇਟੀ ਬਣਾਉਣ ਦੀ ਗੱਲ ਕੀਤੀ ਸੀ। ਕਮੇਟੀ ਤੁਸੀਂ ਕਿਹਨੂੰ ਪੁੱਛ ਕੇ ਬਣਾਈ ਹੈ? ਕਮੇਟੀ ਦੇ ਵਿੱਚ ਪੰਜਾਬ ਦੀ ਨੁਮਾਇੰਦਗੀ ਕਿੱਥੇ ਹੈ? ਕਮੇਟੀ ਹੈ ਕਾਦੇ ਵਾਸਤੇ ਬਣਾਈ ਹੈ ਤੁਸੀਂ? ਫਿਰ ਜੇ ਐਮਐਸਪੀ ਅਸੀਂ ਬਾਰ-ਬਾਰ ਗੱਲਾਂ ਕਰਨੀਆਂ ਨੇ ਤੇ ਅਸੀਂ ਤਾਂ ਕੁਝ ਨਹੀਂ ਦਿੱਤਾ ਉਹਨਾਂ ਨੂੰ। ਕਿ ਸੰਯੁਕਤ ਕਿਸਾਨ ਕਮੇਟੀ ਜਿਹੜਾ ਮੋਰਚਾ ਸੀ ਸਾਡਾ, ਉਹਨਾਂ ਨੇ ਕਮੇਟੀ ਨੂੰ ਰੱਦ ਕਰਤਾ। ਉਹ ਕਹਿੰਦੇ ਅਸੀਂ ਇਹਨੂੰ ਐਕਸੈਪਟ ਹੀ ਨਹੀਂ ਕਰਦੇ। ਤਾਂ ਮਸਲਾ ਕਿਹਦੇ ਲਈ ਵਾਸਤੇ ਹੱਲ ਕਰਨਾ ਪਿਆ ਸੀ? ਨਾ ਹੀ ਉਹ ਕਹਿੰਦੇ ਅਸੀਂ ਹੁਣ ਕੋਈ ਬੰਦਾ ਭੇਜਣਾ ਵੀ ਨਹੀਂ ਆਪਣਾ। ਕੁਝ ਕਿਸਾਨ ਲੈ ਗਏ ਨੇ ਇਹਦੇ ਵਿੱਚ, ਤੁਸੀਂ ਹੈਰਾਨ ਹੋਵੋਗੇ ਕਿ ਉਹਦੇ ਵਿੱਚ ਉੜੀਸਾ ਦੇ ਕਿਸਾਨ ਨੇ, ਮਣੀਪੁਰ ਦੇ ਕਿਸਾਨ ਨੇ, ਹੋਰ ਹੀ ਪਾਸਿਓਂ ਕਿਸਾਨ ਲੈ ਲੈ। ਜਿਹੜੇ ਕਿਸਾਨੀ ਦੇ ਵਿੱਚ ਫਸੇ ਹੋਏ ਨੇ ਉਹਨਾਂ ਦਾ ਜ਼ਿਕਰ ਹੀ ਨਹੀਂ ਹੈ। ਯਾਨੀ ਕਿ ਰਿਸ਼ੀ ਜੀ, ਇਹ ਹਾਲਾਂਕਿ ਜਿਸ ਵੇਲੇ ਇਹ ਵਾਪਸ ਲਿਆ ਗਿਆ ਸੀ ਫੈਸਲਾ, ਡਾਊਟ ਤਾਂ ਸਭ ਨੂੰ ਉਸੇ ਵੇਲੇ ਸੀ ਕਿ ਇੰਨੀ ਆਸਾਨੀ ਦੇ ਨਾਲ ਤਾਂ ਕੇਂਦਰ ਝੁਕਣ ਵਾਲੀ ਨਹੀਂ ਹੈ। ਇਹ ਅੱਜ ਨਹੀਂ ਤਾਂ ਕੱਲ ਇਹ ਗੱਲ ਦੁਬਾਰਾ ਕੱਢੀ ਹੀ ਜਾਵੇਗੀ। ਯਾਨੀ ਹੁਣ ਜਿਹੜੀ ਕਮੇਟੀ ਬਣਾ ਦਿੱਤੀ ਹੈ, ਜ਼ਾਹਿਰ ਜੀ ਗੱਲ ਹੈ ਕਿ ਕੱਲ ਨੂੰ ਕਮੇਟੀ ਕਹਿ ਦਿੰਦੀ ਹੈ ਕਿ ਨਹੀਂ ਜੀ ਇੱਥੇ ਤਾਂ ਕੋਈ ਦਿੱਕਤ ਪਰੇਸ਼ਾਨੀ ਨਹੀਂ ਹੈ। ਕੀ ਦੁਬਾਰਾ ਚਾਂਸ ਹੈ ਕਿ ਇਹ ਦੁਬਾਰਾ ਇਹ ਥੋਪ ਦਿੱਤਾ ਜਾਵੇਗਾ ਕਿ 3 ਖੇਤੀ ਕਾਨੂੰਨ ਅਸੀਂ ਵਾਪਸ ਲਿਆ ਰਹੇ ਹਾਂ? ਕਾਨੂੰਨ ਦੁਬਾਰਾ ਥੋਪਣੇ ਮੁਸ਼ਕਲ ਹੈ ਅਜੇ ਫਿਲਹਾਲ। ਉਹਨਾਂ ਨੂੰ ਫਿਰ ਉਸੇ ਤਰ੍ਹਾਂ ਹੀ ਪਹਿਲਾਂ ਪਾਰਲੀਮੈਂਟ ਵਿੱਚ ਪੇਸ਼ ਕਰਨਾ ਪਵੇਗਾ, ਫਿਰ ਉਹਦੇ ਤੇ ਬਹਿਸ ਹੋਏਗੀ, ਫਿਰ ਉਸ ਤੋਂ ਬਾਅਦ ਅੱਗੇ ਤਾਂ ਇਹਨਾਂ ਨੇ ਆਰਡੀਨੈਂਸ ਲਿਆ ਕੇ ਕਰ ਦਿੱਤੇ ਸੀ। ਹੁਣ ਉਹ ਆਰਡੀਨੈਂਸ ਲਿਆਉਣੇ ਏਡੇ ਆਸਾਨ ਨਹੀਂ ਹੈ। ਪਰ ਜਿਸ ਤਾਕਤ ਨਾਲ ਬੀਜੇਪੀ ਦੀ ਸਰਕਾਰ ਕੇਂਦਰ ਵਿੱਚ ਵਧਦੀ ਜਾ ਰਹੀ ਹੈ, ਮੈਨੂੰ ਹੈਰਾਨੀ ਹੁੰਦੀ ਹੈ ਕਿ ਰਾਸ਼ਟਰਪਤੀ ਦੀਆਂ ਚੋਣਾਂ ਤੋਂ ਇੱਕ ਦਿਨ ਬਾਅਦ ਹੀ ਅਕਾਲੀ ਦਲ ਦੇ 2 ਵੱਡੇ ਆਗੂ ਹਰਸਿਮਰਤ ਕੌਰ ਬਾਦਲ ਤੇ ਸੁਖਬੀਰ ਸਿੰਘ ਬਾਦਲ ਪਾਰਲੀਮੈਂਟ ਦੇ ਬਾਹਰ ਧਰਨੇ ਤੇ ਬੈਠੇ ਨੇ ਕਿ ਬੰਦੀ ਕੈਦੀਆਂ ਨੂੰ ਰਿਹਾ ਕਰੋ। ਹਾਈ ਮੰਗ ਰਹੇ ਆ ਕਿ ਬੰਦੀ ਸਿੰਘਾਂ ਦੀ ਰਿਹਾਈ ਮੰਗ ਰਹੇ ਆ, ਅਸੀਂ ਮੰਗ ਰਹੇ ਆ। ਸਵਾਲ ਇਹ ਹੈ ਕਿ ਇੱਕ ਦਿਨ ਪਹਿਲਾਂ ਤੁਸੀਂ ਵੋਟਾਂ ਪਾ ਕੇ ਆਏ ਹੋ ਔਰ ਉਸੇ ਪਾਰਟੀ ਨੂੰ ਵੋਟਾਂ ਪਾ ਕੇ ਆਏ ਹੋ ਜਿਸ ਪਾਰਟੀ ਦੇ ਖਿਲਾਫ ਅੱਜ ਤੁਸੀਂ ਤਖਤੀਆਂ ਲੈ ਕੇ ਖੜੇ ਹੋ। ਸੋ ਇਹ ਸਟੈਂਡ ਤੁਹਾਨੂੰ ਇਸ ਤਰ੍ਹਾਂ ਨਹੀਂ ਲੈਣੇ ਪੈਣਗੇ। ਇਸ ਤਰ੍ਹਾਂ ਤੁਸੀਂ ਡੱਡੂ ਛੜਪੇ ਨਹੀਂ ਮਾਰ ਸਕਦੇ ਕਿ ਅੱਜ ਇੱਧਰ ਤੇ ਕੱਲ ਉੱਧਰ, ਅੱਜ ਇੱਧਰ ਕੱਲ ਉੱਧਰ। ਹੁਣ ਇਸ ਮੁੱਦੇ ਦੇ ਉੱਤੇ ਫਿਰ ਬਹਿਸ ਹੋਏਗੀ ਪਾਰਲੀਮੈਂਟ ਦੇ ਵਿੱਚ ਜੇ ਉਹਨਾਂ ਨੇ ਕਾਨੂੰਨ ਲਿਆਉਣੇ ਹੋਏ। ਸਭ ਤੋਂ ਪਹਿਲੀ ਗੱਲ ਕਿ ਸਾਡੇ ਕਿਸਾਨ ਭਾਈਆਂ ਨੂੰ, ਜਿੰਨੇ ਵੀ ਕਿਸਾਨ ਨੇ, ਉਹ ਦੁਬਾਰਾ ਉਹਨਾਂ ਨੂੰ ਇਕੱਠੇ ਹੋਣਾ ਪਵੇਗਾ, ਮਤਭੇਦ ਭੁਲਾਣੇ ਪੈਣਗੇ। ਹੋ ਸਕਦਾ ਹੈ ਕਿ ਇੱਕ ਵਾਰ ਫਿਰ ਦਿੱਲੀ ਦੇ ਬਾਰਡਰ ਤੇ ਜਾ ਕੇ ਬੈਠਣਾ ਪਵੇ। ਬਿਲਕੁਲ। ਹਾਲਾਂਕਿ ਕਿਉਂਕਿ ਜਦੋਂ ਅੰਦੋਲਨ ਖਤਮ ਹੋਇਆ ਸੀ, ਬਹੁਤ ਏਕੇ ਦੇ ਨਾਲ ਅੰਦੋਲਨ ਚਲਾਇਆ ਗਿਆ, ਪਰ ਅੰਦੋਲਨ ਖਤਮ ਹੋਣ ਤੋਂ ਬਾਅਦ ਮਤਭੇਦ ਜ਼ਰੂਰ ਕਿਸਾਨ ਜਥੇਬੰਦੀਆਂ ਦੇ ਵਿੱਚ ਪੈਦਾ ਹੋਏ ਤੇ ਉਹ ਥੋੜੇ ਜਿਹੇ ਵੱਖੋ-ਵੱਖ ਹੋ ਗਈਆਂ। ਕੁਝ ਸਿਆਸਤ ਪਿੱਛੇ ਤੁਰ ਗਈਆਂ ਤੇ ਕੁਝ ਹੋਰ ਪਾਸੇ ਚਲੀਆਂ ਗਈਆਂ। ਪਰ ਹੁਣ ਜਿਵੇਂ ਰਿਸ਼ੀ ਜੀ ਨੇ ਕਿਹਾ ਕਿ ਇੱਕ ਵਾਰ ਫਿਰ ਤੋਂ ਇਕੱਠੇ ਹੋਣ ਦੀ ਜ਼ਰੂਰਤ ਹੈ। ਪਰ ਰਿਸ਼ੀ ਜੀ, ਦੂਜੀ ਗੱਲ ਇਹ ਵੀ ਹੈ, ਕੇਂਦਰ ਮਜ਼ਬੂਤ ਹੁੰਦੀ ਜਾ ਰਹੀ ਹੈ ਵੱਖ-ਵੱਖ ਸੂਬਿਆਂ ਦੇ ਵਿੱਚ, ਪਰ ਅਜਿਹੇ ਫੈਸਲਿਆਂ ਦੇ ਨਾਲ ਬੀਜੇਪੀ ਪੰਜਾਬ ਤੋਂ ਹੋਰ ਪਿੱਛੇ ਹੁੰਦੀ ਜਾ ਰਹੀ ਹੈ। ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਪੰਜਾਬ 'ਚ 13 ਸੀਟਾਂ ਨੇ, 6 ਮੈਂਬਰ ਰਾਜ ਸਭਾ ਦੇ ਨੇ, 7 ਮੈਂਬਰ ਰਾਜ ਸਭਾ ਦੇ ਨੇ। ਉਹਨਾਂ ਨੂੰ ਜੇ 20 ਮੈਂਬਰ ਨਹੀਂ ਮਿਲਦੇ ਤਾਂ ਨਾ ਸੀ।
ਸਵਾਲ ਇਹ ਹੈ ਕਿ ਜਿਸ ਢੰਗ ਨਾਲ ਇਹ ਕੰਮ ਕੀਤਾ ਗਿਆ, ਤੋਮਰ ਸਾਹਿਬ ਨੇ ਜਿਹੜੀ ਪਾਰਲੀਮੈਂਟ 'ਚ ਸਟੇਟਮੈਂਟ ਦਿੱਤੀ ਹੈ ਕਿ ਸਰਕਾਰ ਨੇ MSP ਨੂੰ ਵਧੇਰੇ ਅਸਰਦਾਰ ਤੇ ਪਾਰਦਰਸ਼ੀ ਬਣਾਉਣ ਵਾਸਤੇ ਕਮੇਟੀ ਬਣਾਉਣ ਦਾ ਐਲਾਨ ਕੀਤਾ ਸੀ, ਉਹ ਅਸੀਂ ਪੂਰਾ ਕਰ ਦਿੱਤਾ। ਤੇ MSP ਦੀ ਗਾਰੰਟੀ ਕਿ ਮਿਨੀਮਮ ਸਪੋਰਟ ਪ੍ਰਾਈਸ ਘੱਟੋ ਘੱਟ ਸਮਰਥਨ ਮੁੱਲ ਕਿੰਨਾ ਹੋਵੇਗਾ, ਉਸ ਨੂੰ ਕਾਨੂੰਨੀ ਜਮ੍ਹਾਂ ਪਹਿਨਾਏ ਜਾਣ ਦੀ ਅਸੀਂ ਗੱਲ, ਉਹ ਕਹਿੰਦੇ ਅਸੀਂ ਨਹੀਂ ਸੀ ਕੀਤੀ। ਤੇ ਮੈਂ ਇਸ ਗੱਲ ਨਾਲ ਤਾਂ ਸਹਿਮਤ ਹਾਂ ਕਿ ਉਹਨਾਂ ਨੇ ਨਹੀਂ ਸੀ ਕੀਤੀ। ਯਾਨੀ ਕਿ ਉਸ ਵੇਲੇ ਵੀ ਉਹ ਬੜੀ ਸਮਾਰਟਲੀ ਗੇਮ ਖੇਡ ਗਏ ਯੈਸ, ਤੇ ਕਿਸਾਨ ਉਸ ਦੇ ਵਿੱਚ ਫਸ ਗਏ ਸੀ। ਫਸ ਗਏ ਜੀ। ਔਰ ਹੁਣ ਮੇਰੀ ਇਹ ਬੇਨਤੀ ਹੈ ਕੇਂਦਰ ਸਰਕਾਰ ਨੂੰ ਇਸ ਪ੍ਰੋਗਰਾਮ ਦੇ ਮਾਧਿਅਮ ਰਾਹੀਂ ਵੀ ਕਿ ਕਿਸਾਨਾਂ ਨਾਲ ਐਡਾ ਵੱਡਾ ਧੱਕਾ ਨਾ ਕਰੋ। ਉਹ ਅੰਨਦਾਤਾ ਨੇ, ਉਹਨਾਂ ਨਾਲ ਇਸ ਤਰ੍ਹਾਂ ਧੱਕਾ ਕਰਨਾ, ਤੁਸੀਂ ਆਪਣੇ ਦੇਸ਼ ਦੀ ਜਨਤਾ ਨਾਲ ਧੱਕਾ ਕਰ ਰਹੇ ਹੋ। ਬਿਲਕੁਲ, ਕਿਸਾਨ ਪੂਰੇ ਦੇਸ਼ ਦਾ ਹੀ ਸਾਨੂੰ ਹਮੇਸ਼ਾ ਪਿਆਰਾ ਰਿਹਾ ਹੈ, ਪਰ ਜਦੋਂ ਅੰਦੋਲਨ ਦੀ ਗੱਲ ਆਉਂਦੀ ਹੈ ਤਾਂ ਪੰਜਾਬ ਦੀ ਕਿਸਾਨੀ ਹਮੇਸ਼ਾ ਅੱਗੇ ਰਹੀ ਹੈ। ਉਹ ਅੰਨਦਾਤਾ ਰਿਹਾ ਹੈ, ਪਰ ਅੱਜ ਉਸ ਅੰਨਦਾਤਾ ਦੇ ਘਰ ਦੇ ਵਿੱਚ ਆਪਣੇ ਪਰਿਵਾਰ ਨੂੰ ਪਾਲਣ ਜੋਗੇ ਦਾਣੇ ਨਹੀਂ ਹੁੰਦੇ। ਤਾਂ ਇਸ ਲਈ ਦੁਬਾਰਾ ਇਸ ਤਰ੍ਹਾਂ ਦੇ ਹਾਲਾਤ ਨਾ ਪੈਦਾ ਕੀਤੇ ਜਾਣ ਕਿ ਇੱਕ ਵਾਰ ਫਿਰ ਤੋਂ ਕਿਸਾਨਾਂ ਨੂੰ ਉਹ ਵੱਡਾ ਅੰਦੋਲਨ ਵਿੱਢਣਾ ਪਵੇ, ਕਿਉਂਕਿ ਸੌਖਾ ਨਹੀਂ ਹੁੰਦਾ ਆਪਣਾ ਘਰ ਛੱਡ ਕੇ ਜਾਣਾ ਤੇ ਇੰਨੀ ਦੇਰ ਤੱਕ ਬਾਰਡਰਾਂ ਤੇ ਰਹਿਣਾ। ਉਮੀਦ ਇਹੀ ਕਰਦੇ ਹਾਂ ਕਿ ਕੇਂਦਰ ਨੂੰ ਥੋੜੀ ਜਿਹੀ ਸਮਝ ਆਵੇਗੀ ਤੇ ਇਹ ਵਿਤਕਰਾ ਪੰਜਾਬ ਦੇ ਨਾਲ ਨਹੀਂ ਕੀਤਾ ਜਾਵੇਗਾ। ਰਿਸ਼ੀ ਜੀ, ਬਹੁਤ ਬਹੁਤ ਸ਼ੁਕਰੀਆ। ਬਹੁਤ ਮਿਹਰਬਾਨੀ, ਧੰਨਵਾਦ।